ਹੈਲੋ ਸਟੂਡੈਂਟ, ਅੱਜ ਆਪਾਂ AI ਦੀ ਜੋ ਸਰਚ ਟੈਕਨੀਕਸ ਦਾ ਸੈਕੰਡ ਪਾਰਟ ਸੀ ਹਿਊਰਿਸਟਿਕ, ਉਸ ਦੇ ਬਾਰੇ ਗੱਲ ਕਰਾਂਗੇ। ਸਭ ਤੋਂ ਪਹਿਲਾਂ ਆਪਾਂ ਨੂੰ ਹਿਊਰਿਸਟਿਕ ਫੰਕਸ਼ਨ ਦਾ ਪਤਾ ਹੋਣਾ ਚਾਹੀਦਾ। ਹਿਊਰਿਸਟਿਕ ਫੰਕਸ਼ਨ ਇਜ਼ ਵਿਚ ਯੂਜ਼ਡ ਇਨ ਦਾ ਇਨਫੋਰਮ ਸਰਚ ਐਂਡ ਇਟਸ ਫਾਈਂਡ ਦਾ ਮੋਸਟ ਪ੍ਰੋਮਿਸ ਪਾਥ। ਇੱਕ ਤੁਹਾਡਾ ਜਿਹੜੇ ਵੀ ਪ੍ਰੋਬਲਮ ਨੂੰ ਸੋਲਵ ਕਰਨਾ, ਇੱਕ ਉਹਨੂੰ ਕੰਮ ਕਰਨ ਦਾ, ਉਹਦੀ ਹੈਲਪ ਕਰਨ ਦਾ ਤੁਹਾਡਾ ਇਹ ਇੱਕ ਤਰ੍ਹਾਂ ਦਾ ਫੰਕਸ਼ਨ ਹੈਗਾ ਜਿਹੜਾ ਤੁਹਾਡੀ ਹੈਲਪ ਕਰੇਗਾ ਕੋਈ ਵੀ ਤੁਸੀਂ ਗੋਲ ਤੱਕ ਪਹੁੰਚਣਾ। ਜਿਵੇਂ ਕਿ ਇਟ ਟੇਕਸ ਕਰੰਟ ਸਟੇਟ ਆਫ ਦਾ ਏਜੰਟ, ਕਰੰਟ ਸਟੇਟ ਜਿੱਥੋਂ ਤੁਸੀਂ ਪੁਆਇੰਟ ਸਟਾਰਟ ਕਰੋਗੇ, ਇਟਸ ਇਨਪੁਟ ਹੋਏਗਾ, ਪ੍ਰੋਡਿਊਸ ਕਰੇਗਾ, ਜਿਸ ਦੇ ਅਕੋਰਡਿੰਗ ਤੁਸੀਂ ਗੋਲ ਦੇ ਨੇੜੇ ਪਹੁੰਚ ਜਾਓਗੇ, ਜੋ ਗੋਲ ਤੁਹਾਨੂੰ ਮਿਲੇਗਾ। ਉਸ ਤੋਂ ਹਿਊਰਿਸਟਿਕ ਮੈਥਡ ਹਾਊਐਵਰ ਮਾਈਟ ਨਾਟ ਆਲਵੇਜ਼ ਗਿਵ ਦਾ ਬੈਸਟ ਸੋਲਿਊਸ਼ਨ ਬਟ ਇਟ ਗਰੰਟਡ ਟੂ ਫਾਈਂਡ ਗੁੱਡ ਸੋਲਿਊਸ਼ਨ ਇਨ ਅ ਰੀਜ਼ਨੇਬਲ ਟਾਈਮ। ਕਹਿੰਦੇ ਕਿ ਜਿਹੜੇ ਤੁਹਾਡੇ ਟਾਈਮ ਹੈ, ਸ਼ਾਰਟ ਟਾਈਮ ਦੇ ਅੰਦਰ ਅੰਦਰ ਤੁਹਾਨੂੰ ਗਰੰਟਡ ਹੈ ਜਿਹੜਾ ਗੁੱਡ ਸੋਲਿਊਸ਼ਨ ਦੇਵੇਗਾ। ਹਿਊਰਿਸਟਿਕ ਫੰਕਸ਼ਨ ਐਸਟੀਮੇਟ ਹਾਊ ਟੂ ਕਲੋਜ਼ ਸਟੇਟ ਟੂ ਦਾ ਗੋਲ। ਮਤਲਬ ਉਹ ਐਸਟੀਮੇਟ ਲਗਾਏਗਾ ਫੰਕਸ਼ਨ, ਤੁਸੀਂ ਉਸਦੇ ਕਲੋਜ਼ ਕਿਵੇਂ ਜਾਂਦੇ ਹੋ। ਇਟ ਰੀਪ੍ਰਜੈਂਟ ਬਾਈ HN, HN ਦਾ ਮਤਲਬ ਹਿਊਰਿਸਟਿਕ ਐਂਡ N ਦਾ ਮਤਲਬ ਹੈ ਜਿਹੜਾ ਤੁਹਾਡਾ ਨੋਡ ਹੈ, ਕਿੱਥੋਂ ਸਟਾਰਟ ਹੋ ਕੇ ਕਿੱਥੇ ਜਾਣਗੇ ਤੁਹਾਡਾ ਗੋਲ ਤੱਕ, ਉਹ ਚੀਜ਼ ਹੈਗੀ। ਅਤੇ ਇਹਦੇ ਵਿੱਚ ਤੁਹਾਡੀ ਆਪਟੀਮਲ ਪਾਥ ਦੇ ਵਿਚਕਾਰ ਜਿਹੜੇ ਸਟੇਟਸ ਪੇਅਰ ਹੋਣਗੇ, ਜਿਵੇਂ ਇੱਕ ਤੋਂ ਸਟੈਪ ਤੋਂ ਸੈਕਿੰਡ ਸਟੈਪ ਲਓਗੇ ਤਾਂ ਉਹਦੀ ਜਿਹੜੀ ਕੋਸਟ ਆ ਉਹਨੂੰ ਵੀ ਕੈਲਕੂਲੇਟ ਕਰੇਗਾ। ਦਾ ਵੈਲਿਊ ਆਫ ਦਾ ਹਿਊਰਿਸਟਿਕ ਫੰਕਸ਼ਨ ਇਜ਼ ਆਲਵੇਜ਼ ਪੋਜ਼ੀਟਿਵ, ਇਹ ਜਿਹੜਾ ਹਮੇਸ਼ਾ ਤੁਹਾਡਾ ਪੋਜ਼ੀਟਿਵ ਰਹੇਗਾ। ਉਸ ਤੋਂ ਬਾਅਦ ਇਹਦੇ ਅੱਗੇ ਜੋ ਟਾਈਪਸ ਨੇ, ਤਾਂ ਉਹਨਾਂ ਮੇਨ ਟਾਈਪਸ ਦੇ ਵਿੱਚੋਂ ਤੁਹਾਡਾ ਹਿਲ ਕਲਾਈਂਬਿੰਗ ਜਿਹੜਾ ਮੇਨ ਪੁਆਇੰਟ ਹੈ। ਹਿਲ ਕਲਾਈਂਬਿੰਗ ਦੇ ਨਾਮ ਤੋਂ ਹੀ ਤੁਹਾਨੂੰ ਪਤਾ ਲੱਗ ਜਾਣਾ ਚਾਹੀਦਾ ਕਿ ਉੱਪਰ ਵਾਲੀ ਸਾਈਡ ਨੂੰ, ਚੜ੍ਹਾਈ ਵਾਲੀ ਸਾਈਡ ਨੂੰ ਚੜ੍ਹਨ ਵਾਲਾ। ਹਿਲ ਕਲਾਈਂਬਿੰਗ ਐਲਗੋਰਿਦਮ ਇਜ਼ ਲੋਕਲ ਸਰਚ ਐਲਗੋਰਿਦਮ ਵਿਚ ਕੰਟੀਨਿਊ ਮੂਵ ਇਨ ਦਾ ਡਾਇਰੈਕਸ਼ਨ ਆਫ ਦਾ ਇਨਕਰੀਜ਼ਿੰਗ evaluation value to find the peak of mountain or best solution to problem। ਜਿਹੜੀ ਤੁਹਾਡੀ ਪ੍ਰੋਬਲਮ ਆ ਉਹਦਾ ਬੈਸਟ ਸੋਲਿਊਸ਼ਨ ਲੱਭਣ ਦੇ ਵਿੱਚ ਇੱਕ ਪਹਾੜ ਦੇ ਉੱਪਰ ਜਿਹੜੀ ਸਿਖਰ ਹੈ, ਪੀਕ ਦਾ ਮਤਲਬ ਹੁੰਦਾ ਸਿਖਰ ਲੱਭਣ ਦੇ ਲਈ ਉਹਦੀ ਡਾਇਰੈਕਸ਼ਨ ਨੂੰ ਕਿਵੇਂ ਮੂਵ ਕਰਨਾ, ਉਹਨਾਂ ਦੇ ਵਿੱਚ ਹੀ ਤੁਹਾਡੀ ਹੈਲਪ ਕਰੇਗਾ। ਇਹ ਟਰਮੀਨੇਟ ਵੈਨ ਏ ਰੀਚ ਪੀਕ ਵੈਲਿਊ ਵੇਅਰ ਨੋ ਨੇਬਰ ਹੈਜ਼ ਏ ਹਾਇਰ ਵੈਲਿਊ। ਕਹਿੰਦੇ ਉੱਥੇ ਜਾ ਕੇ ਇਹਦੀ ਕੋਈ ਹੋਰ ਹਾਇਰ ਵੈਲਿਊ, ਮਤਲਬ ਉਹਦੀ ਇਕੁਅਲ ਕੋਈ ਹੋਰ ਵੈਲਿਊ ਨਹੀਂ ਹੋਏਗੀ, ਇੱਥੇ ਤੁਹਾਡਾ ਸਹੀ ਬੈਸਟ ਰਿਜ਼ਲਟ ਤੁਹਾਨੂੰ ਮਿਲ ਜਾਏਗਾ ਹਿਲ ਕਲਾਈਂਬਿੰਗ ਇੱਕ ਪੁਆਇੰਟ 'ਤੇ ਜਾ ਕੇ। ਸੈਕਿੰਡ ਲਾਈਨ 'ਚ ਉਹਨਾਂ ਨੇ ਕਿਹਾ ਹਿਲ ਕਲਾਈਂਬਿੰਗ ਐਲਗੋਰਿਦਮ ਜਿਹੜਾ ਇੱਕ ਟੈਕਨੀਕ ਹੈ ਜਿਹਦੇ ਵਿੱਚ ਤੁਸੀਂ ਓਪਟੋਮਾਈਜ਼ ਐਂਡ ਮੈਥਮੈਟਿਕ ਦੇ ਪ੍ਰੋਬਲਮ ਨੂੰ ਸੋਲਵ ਕਰਨ ਲਈ ਯੂਜ਼ ਕਰਦੇ ਹੋ। ਕੋਈ ਵੀ ਪ੍ਰੋਬਲਮ ਆ ਉਹਨੂੰ ਸੋਲਵ ਕਰਨਾ ਤੁਸੀਂ, ਤਾਂ ਇਹਦੇ ਵਿੱਚ ਤੁਸੀਂ ਬੈਸਟ ਯੂਜ਼ ਕਰ ਸਕਦੇ ਹੋ। ਜਿਵੇਂ ਕਿ ਉਹਨਾਂ ਨੇ ਲਿਖਿਆ ਹੋਇਆ, ਇਹਨਾਂ ਨੇ ਸੇਲਜ਼ਮੈਨ ਦੀ ਵੀ ਪ੍ਰੋਬਲਮ ਨੂੰ ਸਾਹਮਣੇ ਰੱਖ ਕੇ ਬਣਾਇਆ ਵੀ ਉਹਦਾ ਡਿਸਟੈਂਸ ਹੁੰਦਾ, ਉਹਨੂੰ ਪਤਾ ਹੋਣਾ ਵੀ ਮੈਂ ਇੱਥੇ ਜਾਣਾ ਤਾਂ ਉਹਦਾ ਡਿਸਟੈਂਸ ਕਿੰਨਾ ਹੋਵੇਗਾ, ਤਾਂ ਉਹ ਪਾਥ ਚੂਜ਼ ਕਰੇਗਾ ਜਿਹਦੇ ਅਕੋਰਡਿੰਗ ਉਹਨੂੰ ਬੈਸਟ ਲੱਗੇ ਵੀ ਮੈਨੂੰ ਹਿਲ ਕਲਾਈਂਬਿੰਗ ਦੇ ਵਿੱਚ ਵੀ ਮਤਲਬ ਇੱਥੇ ਮੈਂ ਪਹੁੰਚਣਾ ਤਾਂ ਮੇਰੇ ਪਾਥ ਹੈ ਜਿਹੜਾ ਉਹ ਸਹੀ ਹੋਣਾ ਚਾਹੀਦਾ। ਜੇ ਮੈਨੂੰ ਉਧਰ ਜ਼ਿਆਦਾ ਹੈ ਤਾਂ ਉਹ ਬੈਕ ਲਏਗਾ ਨਹੀਂ, ਪਰ ਉਹ ਪਿਛਲੇ ਦੇ ਜਿੱਥੇ ਉਹਨੂੰ ਬੈਸਟ ਹੈ 2 ਸਟੈਪ ਆ ਸਪੋਜ਼ ਕਰੋ ਉਹਨੇ ਲਏ ਹੈ। ਸਪੋਜ਼ ਕਰੋ ਇੱਧਰ ਆਪਾਂ ਐਗਜ਼ਾਮਪਲ ਦਿਖਾਉਂਦੇ ਹਾਂ, ਇਹ ਦੇਖੋ ਪੁਆਇੰਟ ਇੱਥੇ ਜੇ ਆਪਾਂ ਸਿੰਗਲ 'ਤੇ ਆਪਾਂ ਸਟਾਰਟ ਕਰ ਰਹੇ ਹਾਂ ਤਾਂ ਆਪਾਂ ਨੂੰ ਪਤਾ ਆ ਜਿਹੜਾ ਉੱਪਰ ਜਾ ਕੇ ਆਪਣਾ ਪੁਆਇੰਟ ਆ ਸੈਕਿੰਡ, ਇਹਦੇ ਨਾਲੋਂ ਬੈਸਟ ਹੈ, ਤਾਂ ਆਪਾਂ ਇਹਨੂੰ ਕਰੰਟ ਦਾ ਨਾਮ ਦੇ ਦਾਂਗੇ, ਕਰੰਟ ਸਟੇਟ। ਕਿਉਂ ਇਹਨੂੰ ਉੱਥੇ ਮਤਲਬ ਇਹਨੂੰ ਭੁੱਲ ਜਾਵਾਂਗੇ, ਫਿਰ ਜਾ ਕੇ ਇਹਦੇ ਸਟੇਟ ਤੋਂ ਹੀ ਦੇਖਾਂਗੇ, ਕਿਉਂਕਿ ਇਹਦੇ ਆਪਾਂ ਨੂੰ ਜੇ ਪਤਾ ਹੈ ਵੀ ਇਹਦੇ ਮੁਕਾਬਲੇ ਇਹ ਬੈਸਟ ਹੈ ਤਾਂ ਆਪਾਂ ਇਹਨੂੰ ਕਰੰਟ ਸਟੇਟ ਮੰਨਾਂਗੇ। ਠੀਕ ਹੈ, ਉਸੇ ਦੇ ਅਕੋਰਡਿੰਗ ਹਿਲ ਜਿਹੜਾ ਹੈਗਾ ਕਲਾਈਂਬਿੰਗ ਦਾ ਮਤਲਬ ਇਸ ਤਰ੍ਹਾਂ ਉੱਪਰ ਨੂੰ ਜਾਣਾ, ਇਹ ਇੱਕੋ ਡਾਇਰੈਕਸ਼ਨ 'ਚ ਜਾਵੇਗਾ ਹਿਲ ਕਲਾਈਂਬਿੰਗ, ਇਹ ਦੂਸਰੀ ਡਾਇਰੈਕਸ਼ਨ ਦੇ ਵਿੱਚ ਨਹੀਂ ਜਾਏਗੀ। ਇਟ ਇਜ਼ ਆਲਸੋ ਯੂਜ਼ ਗ੍ਰਿਡੀ ਲੋਕਲ ਸਰਚ, ਇਟਸ ਓਨਲੀ ਲੁੱਕ ਟੂ ਇਟਸ ਗੁੱਡ ਇਮੀਡੀਏਟ ਨੇਬਰ ਸਟੇਟ ਐਂਡ ਨੋਟ ਬਾਈ। ਮਤਲਬ ਇਹਦੇ ਵਿੱਚ ਇੱਦਾਂ ਦਾ ਹੈਗਾ ਵੀ ਲੋਕਲ ਸਰਚ ਇੱਦਾਂ ਦੀ ਹੋਵੇਗੀ, ਇਹਦੇ ਬਰਾਬਰ ਹੋਰ ਕੋਈ ਤੁਹਾਨੂੰ ਲੱਗਦਾ ਗਲੋਬਲ ਪੁਆਇੰਟ, ਉਹ ਮਤਲਬ ਇੱਕ ਗੋਲ ਪੁਆਇੰਟ ਉਹ ਨਹੀਂ ਹੋਣਾ ਚਾਹੀਦਾ, ਇਹਦਾ ਜੋ ਪੁਆਇੰਟ ਆ ਇਹਦਾ ਆਪਦਾ ਇੱਕ ਹੀ ਹੋਏਗਾ। ਨੋਡ ਆਫ ਹਿਲ ਕਲਾਈਂਬਿੰਗ ਐਲਗੋਰਿਦਮ ਹੈਜ਼ ਏ 2 ਕੰਪੋਨੈਂਟ, ਕਹਿੰਦੇ ਇਹਦੇ 2 ਕੰਪੋਨੈਂਟ ਹੈ ਵਿਚ ਆਰ ਸਟੇਟ ਐਂਡ ਵੈਲਿਊ। ਇੱਕ ਸਟੇਟ ਹੋ ਗਿਆ ਤੁਹਾਡਾ ਪੁਆਇੰਟ ਜਿੱਥੋਂ ਸਟਾਰਟ ਹੈ, ਅਤੇ ਜਿਹੜੀ ਉੱਪਰਲੀ ਹੈ ਇਹਦੇ ਨਾਲੋਂ ਵੈਲਿਊ ਇਹਦੀ ਅਲੱਗ-ਅਲੱਗ। ਇੱਕ ਪੁਆਇੰਟ ਤੁਸੀਂ ਲੈ ਲਿਆ, ਦੂਸਰੇ ਪੁਆਇੰਟ 'ਤੇ ਜਦੋਂ ਜਾਂਦੇ ਹੋ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਇਹਨਾਂ ਦੋਨਾਂ ਨੂੰ ਤੁਸੀਂ ਹਿਲ ਕਲਾਈਂਬਿੰਗ ਦੇ ਅਕੋਰਡਿੰਗ ਕੰਪੈਰੀਜ਼ਨ ਕਰੋਗੇ ਵੀ ਸਾਡੇ ਲਈ ਉਹ ਬੈਸਟ ਹੈ ਜਾਂ ਜਿਹੜਾ ਅਸੀਂ ਪਹਿਲਾਂ ਸਟੈਪ ਤੋਂ ਆਏ ਹਾਂ ਸਾਡੇ ਲਈ ਉਹ ਬੈਸਟ ਹੈ। ਉਸ ਤੋਂ ਬਾਅਦ ਉਸ ਤੋਂ ਸੈਕਿੰਡ ਹੈ ਤੁਹਾਡਾ ਹਿਲ ਕਲਾਈਂਬਿੰਗ ਇਜ਼ ਮੋਸਟਲੀ ਯੂਜ਼ ਵਿਨ ਗੁੱਡ ਹਿਊਰਿਸਟਿਕ ਇਜ਼ ਅਵੇਲੇਬਲ। ਕਹਿੰਦੇ ਜਦੋਂ ਹਿਊਰਿਸਟਿਕ ਬੈਸਟ ਹੈਗਾ ਤੁਹਾਡੇ ਲਈ ਮੋਸਟ ਜਿਹੜਾ ਕਲਾਈਂਬਿੰਗ ਹੈ ਯੂਜ਼ ਕਰੋਗੇ ਜਦੋਂ ਤੁਹਾਨੂੰ ਹਿਊਰਿਸਟਿਕ ਜਿਹੜਾ ਅਵੇਲੇਬਲ ਹੈ। ਤੁਹਾਨੂੰ ਪਤਾ ਹਿਊਰਿਸਟਿਕ ਆਪਾਂ ਉੱਥੇ ਵੱਡੀਆਂ ਪ੍ਰੋਬਲਮ ਨੂੰ ਸੋਲਵ ਕਰਨ ਲਈ ਯੂਜ਼ ਕਰਦੇ ਹਾਂ, ਕਿਸੇ ਵੀ ਪ੍ਰੋਬਲਮ ਨੂੰ ਸੋਲਵ ਕਰਨਾ ਹੋਵੇ। ਇਨ ਦਿਸ ਐਲਗੋਰਿਦਮ ਵੀ ਡੋਂਟ ਨੀਡ ਟੂ ਮੇਨਟੇਨ ਹੈਂਡਲ ਸਰਚ ਟਰੀ ਔਰ ਗ੍ਰਾਫ।
ਇਹਦੇ ਵਿੱਚ ਆਪਾਂ ਨੂੰ ਕਿਸੇ ਵੀ ਸਰਚ ਟਰੀ ਦੀ ਜਾਂ ਗ੍ਰਾਫ ਦੀ ਲੋੜ ਨਹੀਂ ਹੈ। ਜਿਵੇਂ ਅੱਗੇ ਆਪਾਂ ਕਰਦੇ ਸੀ A B 2 ਗ੍ਰਾਫ ਲੈ ਲਏ, A B ਲੈ ਲਿਆ ਤਾਂ ਉਹਨਾਂ ਦੇ ਅੱਗੇ ਆਪਾਂ ਸਰਚ ਕਰਦੇ ਸੀ ਵੀ ਆਪਾਂ D 'ਤੇ ਪਹੁੰਚਾਂਗੇ ਤਾਂ ਆਪਾਂ ਨੂੰ ਸਹੀ ਰਿਜ਼ਲਟ ਮਿਲੇਗਾ ਕਿ ਨਹੀਂ। ਜਿਵੇਂ ਤੁਸੀਂ ਆਪਾਂ ਪਹਿਲਾਂ ਹੀ ਕਰਕੇ ਆਏ ਹੋਏ ਹੈਗੇ ਡੈਪਥ 'ਚ, ਤਾਂ ਉਹਦੇ ਅਕੋਰਡਿੰਗ ਨਹੀਂ ਹੈ ਇਹਦੇ 'ਚ ਜਸਟ ਇੱਕ ਸਿੰਗਲ ਪੀਕ ਹੈ। ਹਿੱਲ ਕਲਾਈਮਿੰਗ ਦੀ ਫੀਚਰ ਕਿਹੜੀਆਂ ਨੇ, ਫੋਲੋ ਫੀਚਰ, ਜਨਰੇਟ ਐਂਡ ਟੈਸਟ ਵੇਰੀਏਸ਼ਨ। ਟੈਸਟ ਆਪਾਂ ਨੂੰ ਪਤਾ ਜਨਰੇਟ ਕਰਨਾ ਨਵੀਂ ਚੀਜ਼ ਔਰ ਟੈਸਟ ਕਰਨਾ। ਹਿੱਲ ਕਲਾਈਮਿੰਗ ਦੇ ਵਿੱਚ ਇੱਕ ਪੁਆਇੰਟ ਤੋਂ ਦੂਸਰੇ ਪੁਆਇੰਟ 'ਤੇ ਜਦੋਂ ਆਪਾਂ ਜਾਂਦੇ ਹਾਂ ਤਾਂ ਉਸ ਚੀਜ਼ ਨੂੰ ਟੈਸਟ ਕਰਨਾ। ਵੇਰੀਏਸ਼ਨ ਉਹਦੇ ਵਿੱਚ ਚੇਂਜਸ ਇਜ਼ ਦਾ ਵੇਰੀਐਂਟ ਆਫ ਦਾ ਜਨਰੇਟ ਟੈਸਟ ਮੈਥਡ। ਜਨਰੇਟ ਐਂਡ ਟੈਸਟ ਮੈਥਡ ਪ੍ਰੋਡਿਊਸ ਫੀਡਬੈਕ ਵਿਚ ਹੈਲਪ ਟੂ ਡਿਸਾਈਡ ਵਿਚ ਡਾਇਰੈਕਸ਼ਨ ਟੂ ਮੂਵ ਇਨ ਸਰਚ ਸਪੇਸ। ਉੱਥੋਂ ਸਾਨੂੰ ਸਪੇਸ ਤੋਂ ਪਤਾ ਲੱਗੇਗਾ ਜਦੋਂ ਅਸੀਂ ਟੈਸਟ ਕਰਾਂਗੇ ਵੀ ਪਹਿਲਾਂ ਜਦੋਂ ਅਸੀਂ ਚੱਲੇ ਸੀ ਜਿਹੜਾ ਦੂਜਾ ਉਹ ਸਾਡੇ ਗੋਲ ਦੇ ਨੇੜੇ ਹੈ। ਜੇ ਸਾਨੂੰ ਲੱਗਦਾ ਉਹ ਨੇੜੇ ਟੈਸਟ ਕਰਨ ਤੋਂ ਬਾਅਦ ਚੈੱਕ ਕਰਨ ਤੋਂ ਬਾਅਦ ਤਾਂ ਅਸੀਂ ਉਸੇ ਡਾਇਰੈਕਸ਼ਨ 'ਚ ਮੂਵ ਕਰਾਂਗੇ ਅੱਗੇ। ਗ੍ਰੀਡੀ ਅਪਰੋਚ, ਹਿੱਲ ਕਲਾਈਮਿੰਗ ਐਲਗੋਰਿਦਮ ਸਰਚ ਮੂਵ ਇਨ ਦਾ ਡਾਇਰੈਕਸ਼ਨ ਵਿਚ ਆਪਟੋਮਾਈਜ਼ ਦਾ ਕੋਸਟ। ਜਿਹੜੀ ਸਾਡੀ ਕੋਸਟ 'ਤੇ ਵੀ ਇਫੈਕਟ ਪਾਵੇ, ਆਪਟੋਮਾਈਜ਼ ਹੁੰਦਾ ਇਫੈਕਟ ਪਾਉਣਾ ਜਾਂ ਪ੍ਰਭਾਵ ਪਾਉਣਾ ਇੱਕ ਤਰ੍ਹਾਂ ਦਾ ਅਨੁਕੂਲ ਹੋਵੇ ਤਾਂ ਉਸ ਚੀਜ਼ ਨੂੰ। ਇਸ ਤਰ੍ਹਾਂ ਦੀ ਜਿਹੜੀ ਆਪਣੀ ਸਰਚ ਟੈਕਨੀਕ ਹੈ। ਨੋ ਬੈਕ ਟਰੈਕਿੰਗ, ਇਹਦੇ ਵਿੱਚ ਕੋਈ ਵੀ ਬੈਕ ਟਰੈਕਿੰਗ ਨਹੀਂ ਹੈ। ਪ੍ਰੀਵੀਅਸ ਸਟੇਟ ਇੱਕ 'ਤੇ ਜਾ ਸਕਦੇ ਹਾਂ, ਜਿੱਥੋਂ ਆਪਾਂ ਚੱਲੇ ਸੀ ਉਸੇ 'ਤੇ ਖੜ੍ਹ ਸਕਦੇ ਹਾਂ। ਜੇ ਆਪਾਂ ਨੂੰ ਲੱਗਦਾ ਸੈਕਿੰਡ ਸਟੈਪ ਆਪਣਾ ਜਿਹੜਾ ਉਹਦੇ ਨਾਲੋਂ ਬੈਸਟ ਨਹੀਂ ਹੈ, ਉਹਦੀ ਵੈਲਿਊ ਘੱਟ ਹੈ, ਤਾਂ ਆਪਾਂ ਸੈਕਿੰਡ ਜਿਹੜੇ 'ਤੇ ਆਏ ਸੀ ਉਸੇ 'ਤੇ ਰੁਕ ਸਕਦੀ ਹੈ। ਇਟ ਡਜ਼ ਨਾਟ ਬੈਕ ਟਰੈਕ, ਇਹਦੇ ਵਿੱਚ ਬੈਕ ਟਰੈਕ ਨਹੀਂ ਹੈ। ਜਿਵੇਂ ਕਿ ਇਹਦੇ ਵਿੱਚ ਦਿਖਾਇਆ ਸੀ ਮੈਂ ਇਸ ਸਟੇਟ ਤੋਂ ਚੱਲੇ ਇਹਨੂੰ ਕਰੰਟ ਸਟੇਟ ਕਹਾਂਗੇ। ਇਸ 'ਤੇ ਜਿਵੇਂ ਆਪਾਂ ਪਹਿਲਾਂ ਨੋਡ ਕਹਿੰਦੇ ਸੀ 1 ਨੋਡ ਹੋ ਗਿਆ ਜਿਹੜਾ ਆਪਣਾ ਸਟਾਰਟਿੰਗ ਹੈ, ਇਨੀਸ਼ੀਅਲ ਨੋਡ ਹੋ ਗਿਆ, ਆਹ ਗੋਲ ਨੋਡ ਹੋ ਗਿਆ, ਜਾਂ ਰਸਤੇ ਵਾਲੇ ਜੋ ਵੀ ਪਾਸ ਹੁੰਦੇ ਉਹਨਾਂ ਨੂੰ ਆਪਾਂ ਨੋਡ ਕਹਿ ਦਿੰਦੇ ਹਾਂ। ਉਸੇ ਦੇ ਅਕੋਰਡਿੰਗ ਤਾਂ ਉਸ ਤੋਂ ਬਾਅਦ